ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਭਾਰਤ ਦੇ ਵਿੱਚ ਤਕਰੀਬਨ 1,60,000 ਕੇਸ ਆ ਜਿਹੜੇ ਉਹ ਕੋਰੋਨਾ ਪੀੜਤਾਂ ਨੇ ਹੁਣ ਤੱਕ ਸਾਹਮਣੇ ਆ ਚੁੱਕੇ ਆ। ਜਿਵੇਂ ਕਿ ਪਿਛਲੇ ਦਿਨੀ ਇੱਕ ਰਿਪੋਰਟ ਦੇ ਵਿੱਚ ਗੱਲ ਕਹੀ ਗਈ ਸੀ ਕਿ ਜੇਕਰ ਇਸੇ ਤਰੀਕੇ ਨਾਲ 24 ਘੰਟਿਆਂ 'ਚ 7,000 5,000 6500 6,000 ਨਵੇਂ ਕੇਸ ਸਾਹਮਣੇ ਆਉਂਦੇ ਗਏ ਤਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਹੋ ਸਕਦਾ 2 ਲੱਖ ਤੱਕ ਪੀੜਤਾਂ ਦੀ ਗਿਣਤੀ ਪਹੁੰਚ ਜਾਵੇ। ਤੇ ਹੁਣ ਇਹ ਜਾਪਦਾ ਹੈ ਵੀ ਬਿਲਕੁਲ ਗੱਲ ਸੱਚੀ ਵੀ ਹੈ। ਜਿਸ ਤਰੀਕੇ ਦੇ ਨਾਲ ਅਸੀਂ 1,60,000 ਦਾ ਅੰਕੜਾ ਪਾਰ ਕਰ ਲਿਆ, ਉਸ ਤੋਂ ਬਾਅਦ ਇਹ ਗੱਲ ਕਹਿਣੀ ਕੁਥਾਂ ਨਹੀਂ ਹੋਣੀ ਕਿ ਸੱਚੀ ਮੁੱਚੀ ਅੰਕੜਾ ਜਿਹੜਾ ਇਹ ਬੜੇ ਖਤਰਨਾਕ ਹੱਦ ਤੱਕ ਪਹੁੰਚ ਰਿਹਾ। ਲਗਾਤਾਰ ਅੱਗੇ ਵਧ ਰਹੇ ਮਰੀਜ਼ਾਂ ਦੀ ਗਿਣਤੀ ਹੈ ਜਿਹੜੀ ਉਹ 2 ਲੱਖ ਨੂੰ ਵੀ ਪਾਰ ਕਰ ਸਕਦੀ ਹੈ ਜੇਕਰ ਇਸੇ ਤਰੀਕੇ ਨਾਲ ਲਗਾਤਾਰਤਾ ਬਰਕਰਾਰ ਰਹੀ ਤਾਂ। ਪਰ ਇਸ ਦੇ ਬਾਵਜੂਦ ਬਹੁਤ ਸਾਰੀਆਂ ਖਬਰਾਂ ਨਵੀਆਂ ਸਾਹਮਣੇ ਆ ਰਹੀਆਂ, ਜਿਹਦੇ ਵਿੱਚ 2 ਵਿਦੇਸ਼ੀ ਸਿਹਤ ਮਾਹਰਾਂ ਨੇ ਇਹ ਗੱਲ ਕਹੀ ਹੈ। ਇੱਕ ਅਮਰੀਕਾ ਦੇ ਮਾਹਰ ਨੇ, ਇੱਕ ਜਾਪਾਨ ਦੇ ਮਾਹਰ ਨੇ। ਉਹਨਾਂ ਦੋਹਾਂ ਮਾਹਰਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ ਸਥਿਤੀ ਸੁਧਰਨ ਵਾਲੀ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਜੇਕਰ ਕੱਲੀ ਤਾਲਾਬੰਦੀ ਕਰੀ ਰੱਖੀ ਭਾਰਤ ਦੇ ਵਿੱਚ ਤਾਂ ਲੋਕ ਭੁੱਖ ਦੇ ਨਾਲ ਮਰਨਗੇ, ਬੇਰੁਜ਼ਗਾਰੀ ਕਰਕੇ ਫਾਹੇ ਲੈਣਗੇ, ਖੁਦਕੁਸ਼ੀਆਂ ਕਰਨਗੇ। ਪਰ ਜੇਕਰ ਤੁਸੀਂ ਤਾਲਾਬੰਦੀ ਖਤਮ ਕਰਤੀ ਤਾਂ ਫਿਰ ਲੋਕ ਕੋਰੋਨਾ ਦੇ ਕਰਕੇ ਮਰਨਗੇ। ਪਰ ਜਿਸ ਤਰੀਕੇ ਦੀਆਂ ਸਰਕਾਰ ਦੇ ਵੱਲੋਂ ਜੱਕੋ ਤੱਕੀ ਵਾਲੀਆਂ ਭਾਰਤ ਦੇ ਵਿੱਚ ਨੀਤੀਆਂ ਅਪਣਾਈਆਂ ਜਾ ਰਹੀਆਂ, ਉਹਦੇ ਮੁਤਲਕ ਉਹਨਾਂ ਮਾਹਰਾਂ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਸਾਰਾ ਕੁਝ ਸਾਵਾਂ ਪੱਧਰਾ ਨਹੀਂ ਹੈ, ਲਚਕੀਲਾਪਣ ਹੋਣਾ ਚਾਹੀਦਾ ਤਾਲਾਬੰਦੀ ਦੇ ਵਿੱਚ। ਪਰ ਤੁਸੀਂ ਟੈਸਟਾਂ ਦੀ ਰਫ਼ਤਾਰ ਦੇ ਵਿੱਚ ਤੇਜ਼ੀ ਲਿਆਓ, ਕਿਉਂਕਿ ਟੈਸਟ ਓਨੀ ਮਾਤਰਾ ਦੇ ਵਿੱਚ, ਓਨੀ ਗਿਣਤੀ ਦੇ ਵਿੱਚ ਹੋ ਨਹੀਂ ਰਹੇ ਜਿੰਨੇ ਕਿ ਹੋਣੇ ਚਾਹੀਦੇ ਸੀ ਹੁਣ ਤੱਕ ਉਹਨਾਂ ਦੇ ਕਹਿਣ ਦੇ ਮੁਤਾਬਕ। ਸੋ ਭਾਰਤ ਦੇ ਵਿੱਚ ਜੇਕਰ ਅਸੀਂ ਸੰਕਟ ਟਾਲਣਾ ਤਾਂ ਸਾਨੂੰ ਖੁਦ ਨੂੰ ਵੀ ਸੋਚਣਾ ਸਮਝਣਾ ਪਊਗਾ। ਤੇ ਭਾਰਤ ਦੇ ਵਿੱਚ ਸਰਕਾਰ ਆ ਜਿਹੜੀ, ਬੇਸ਼ੱਕ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਵੀ ਆ ਜਿਹੜੀ, ਉਹਨਾਂ ਨੂੰ ਵੀ ਆਪਣੇ ਫਰਜ਼ ਅਸਲ ਅਰਥਾਂ ਦੇ ਵਿੱਚ ਨਿਭਾਉਣੇ ਪੈਣਗੇ। ਕੁੱਕੜ ਖੇ ਉਡਾਉਣੀ ਬੰਦ ਕਰਨੀ ਪਊਗੀ। ਇੱਕ ਜਣਾ ਕਹਿੰਦਾ PPE ਕਿੱਟਾਂ ਨਕਲੀ ਆ, ਦੂਜਾ ਕਹਿੰਦਾ ਨਾ ਇਹ ਤਾਂ ਅਸਲੀ ਆ। ਇੱਕ ਜਣਾ ਕਹਿੰਦਾ ਇਹਦੇ ਵਿੱਚ ਹੇਰਾਫੇਰੀ ਹੋਈ ਆ, ਦੂਜਾ ਕਹਿੰਦਾ ਨਾ ਇਹਦੇ ਵਿੱਚ ਹੇਰਾਫੇਰੀ ਨਹੀਂ ਹੋਈ। ਇੱਕ ਜਣਾ ਕਹਿੰਦਾ ਪ੍ਰਵਾਸੀ ਮਜ਼ਦੂਰ ਅਸੀਂ ਲੈ ਕੇ ਆਂਦੇ ਆ ਬਿਹਾਰ UP ਦੇ ਵਿੱਚ, ਦੂਜਾ ਕਹਿੰਦਾ ਨਾ ਇਹ ਤਾਂ ਸਾਡੇ ਕਰਕੇ ਆਏ ਆ। ਇਹ ਸਾਰਾ ਡਰਾਮਾ ਜਿਹੜਾ ਉਹ ਬੰਦ ਕਰਨਾ ਪਊਗਾ। ਜਿਹੜੇ ਦੇਸ਼ਾਂ ਨੇ ਹੁਣ ਤੱਕ ਕੋਰੋਨਾ ਦੇ ਉੱਤੇ ਕਾਬੂ ਪਾਇਆ, ਉਹਨਾਂ ਨੇ ਇਹ ਪਖੰਡ ਨਹੀਂ ਕੀਤੇ, ਉਹਨਾਂ ਨੇ ਡਰਾਮੇਬਾਜ਼ੀ ਨਹੀਂ ਕੀਤੀ, ਸਿਹਰਾ ਲੈਣ ਦੀ ਦੌੜ ਦੇ ਵਿੱਚੋਂ ਨਹੀਂ ਪਏ। ਇਸੇ ਕਰਕੇ ਉਹਨਾਂ ਦਾ ਜ਼ਿਕਰ ਅੱਜ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ। ਨਿਊਜ਼ੀਲੈਂਡ ਦੀ ਸਰਕਾਰ ਦੀ ਗੱਲ ਕਰੀਏ, ਇਹਦਾ ਜ਼ਿਕਰ ਹਰ ਥਾਂ ਦੇ ਉੱਤੇ ਹੋ ਰਿਹਾ। ਕਈ ਹੋਰ ਦੇਸ਼ ਆ ਜਿਹੜੇ ਉਹਨਾਂ ਦਾ ਜ਼ਿਕਰ ਇਸ ਕਰਕੇ ਹੋ ਰਿਹਾ ਕਿਉਂਕਿ ਉੱਥੇ ਵਿਰੋਧੀ ਧਿਰਾਂ ਨੇ ਵੀ ਲੋਕ ਪੱਖੀ ਗੱਲਾਂ ਕੀਤੀਆਂ, ਉੱਥੋਂ ਦੀ ਸੱਤਾਧਾਰੀ ਧਿਰ ਨੇ ਵੀ ਆਪਣੀ ਥਾਂ ਦੇ ਉੱਤੇ ਸਿਰਫ ਤੇ ਸਿਰਫ ਲੋਕਾਂ ਦੇ ਮੁਤਲਕ ਸੋਚਿਆ। ਪਰ ਭਾਰਤ ਦੇ ਵਿੱਚ ਲਾਸ਼ਾਂ ਦੇ ਉੱਤੇ ਰਾਜਨੀਤੀ ਹੁੰਦੀ ਹੈ। ਭਾਰਤ ਦੇ ਵਿੱਚ ਸੈਕੜਿਆਂ ਦੇ ਉੱਤੇ ਮਰਦਿਆਂ ਦੇ ਉੱਤੇ ਰਾਜਨੀਤੀ ਹੁੰਦੀ ਹੈ, ਜੰਮਦਿਆਂ ਦੇ ਉੱਤੇ ਰਾਜਨੀਤੀ ਹੁੰਦੀ ਹੈ, ਜਿਹਦੇ ਕਰਕੇ ਛੋਟੇ ਮਸਲੇ ਵੱਡੇ ਬਣ ਜਾਂਦੇ ਤੇ ਵੱਡੇ ਮਸਲੇ ਜਵਾਲਾਮੁਖੀ ਵਾਂਗੂ ਫਟਦੇ ਆ। ਪਰ ਹੁਣ ਇੱਕ ਹੋਰ ਜਾਣਕਾਰੀ ਪ੍ਰਾਪਤ ਹੋਈ ਹੈ ਜਿਹੜੀ ਕਿ ਆਉਂਦੇ ਦਿਨਾਂ ਦੇ ਨਾਲ ਸੰਬੰਧਿਤ ਹੈ। ਮੰਨਿਆ ਇਹ ਜਾ ਰਿਹਾ ਕਿ 30 ਤਰੀਕ ਤੋਂ ਬਾਅਦ, ਯਾਨੀ ਕਿ 30 ਮਈ ਤੋਂ ਬਾਅਦ ਭਾਰਤ ਦੇ ਵਿੱਚ ਲਾਕਡਾਊਨ 'ਚ ਵਾਧਾ ਕੀਤਾ ਜਾ ਸਕਦਾ ਕੁਝ ਕੁ ਸ਼ਰਤਾਂ ਦੇ ਤਹਿਤ। ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਾਲੇ ਤੱਕ ਕੇਂਦਰ ਦੇ ਵੱਖ-ਵੱਖ ਮਹਿਕਮਿਆਂ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਨਹੀਂ ਕੀਤੀ ਗਈ ਕਿ ਵਾਧਾ ਹੋਣਾ ਜਾਂ ਫਿਰ ਨਹੀਂ ਹੋਣਾ। ਪਰ ਜਿਸ ਤਰੀਕੇ ਦੇ ਨਾਲ ਵਾਧੇ ਦੀਆਂ ਕਨਸੂਆਂ ਪ੍ਰਾਪਤ ਹੋ ਰਹੀਆਂ, ਸਾਡੇ ਕੋਲੇ ਲਾਕਡਾਊਨ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ। ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਕੇਸਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ, ਇੰਜ ਲੱਗਦਾ ਕਿ ਕੁਝ ਸੂਬਿਆਂ ਦੇ ਵਿੱਚ ਵਾਧਾ ਇਹ ਕਰਨਾ ਵੀ ਪੈਣਾ ਜੇਕਰ ਅਸੀਂ ਉੱਥੇ ਲੋਕਾਂ ਨੂੰ ਬਚਾਉਣਾ ਤਾਂ। ਤੇ ਜੇਕਰ ਅਸੀਂ ਹੋਰ ਰਾਜਨੀਤਿਕ ਮਸ ਵਾਲੀ ਗੱਲ ਕਰੀਏ, ਕਈ ਇਹੋ ਜਿਹੇ ਸੂਬੇ ਆ ਇਸ ਵਕਤ ਜਿੱਥੇ ਕਿ BJP ਦੀਆਂ ਸਰਕਾਰਾਂ ਘੱਟੋ ਘੱਟ ਕੇਂਦਰ ਦੀ ਸਰਕਾਰ ਨੂੰ ਉਹਨਾਂ ਸੂਬਿਆਂ ਦੇ ਵਿੱਚ ਆਪਣੀ ਸਾਖ ਬਹਾਲ ਰੱਖਣ ਦੇ ਲਈ ਲਾਕਡਾਊਨ ਕਰਨਾ ਹੀ ਪੈਣਾ, ਵਧਾਉਣਾ ਹੀ ਪੈਣਾ। ਕਾਰਨ ਇਹ ਹੈ ਕਿ ਨਹੀਂ ਤਾਂ ਇਹ ਗੱਲ ਉੱਠੂਗੀ ਕਿ ਇਸ ਸੂਬੇ ਦੇ ਵਿੱਚ BJP ਦੀ ਸਰਕਾਰ ਸੀ, ਉਹਦੇ ਵਿੱਚ ਵੀ ਇੰਨਾ ਮਾੜਾ ਹਾਲ ਹੈ ਤੇ ਕੇਂਦਰ ਦੀ ਸਰਕਾਰ ਕਰਦੀ ਕੀ ਹੈ। ਸੋ ਰਾਜਨੀਤੀ ਦੇ ਮੱਦੇਨਜ਼ਰ ਬਹੁਤ ਸਾਰੇ ਫੈਸਲੇ ਕੀਤੇ ਗਏ ਆ ਤੇ ਬਹੁਤ ਸਾਰੇ ਹਾਲੇ ਤੱਕ ਕਰਨੇ ਬਾਕੀ ਹੈ। ਪਰ ਜੇਕਰ ਅਸੀਂ ਗੱਲ ਇਕੱਲੇ ਪੰਜਾਬ ਤੱਕ ਸੀਮਤ ਰੱਖਦੇ ਹਾਂ, ਸੂਬੇ ਦੇ ਵਿੱਚ ਲਗਾਤਾਰ ਕੇਸਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ। ਭਾਵੇਂ ਕਿ ਇਹ ਗੱਲ ਕਹੀ ਜਾ ਰਹੀ ਸੀ ਪਿਛਲੇ ਕਈ ਦਿਨਾਂ ਤੋਂ ਕਿ ਕੇਸ ਘਟ ਗਏ ਆ, ਕੇਸ ਖਤਮ ਹੋ ਜਾਣੇ ਆ, ਕਰੋਨਾ ਮੁਕਤ ਪੰਜਾਬ ਹੋ ਜਾਣਾ। ਪਰ ਜਿਵੇਂ ਅੰਮ੍ਰਿਤਸਰ ਦੇ ਵਿੱਚੋਂ, ਜਿਵੇਂ ਜਲੰਧਰ ਦੇ ਵਿੱਚੋਂ, ਜਿਵੇਂ ਕਈ ਹੋਰ ਥਾਵਾਂ ਤੋਂ ਨਵੇਂ ਕੇਸ ਸਾਹਮਣੇ ਆ ਰਹੇ ਆ, ਕਦੇ 20, ਕਦੇ 25, ਕਦੇ 30। ਉਸ ਤੋਂ ਬਾਅਦ ਲੱਗਦਾ ਨਹੀਂ ਕਿ ਕਰੋਨਾ ਖਤਮ ਹੋਇਆ। ਤੇ ਹਾਲੇ ਸਾਨੂੰ ਇਸ ਗੱਲ ਦਾ ਦਾਅਵਾ ਵੀ ਨਹੀਂ ਕਰਨਾ ਚਾਹੀਦਾ ਕਿ ਅਸੀਂ ਖਤਮ ਕਰ ਦਿੱਤਾ। ਪਰ ਜੇਕਰ ਅਸੀਂ ਗੁਆਂਢੀ ਸੂਬਿਆਂ ਦੇ ਨਾਲ ਤੁਲਨਾ ਕਰੀਏ, ਹਰਿਆਣੇ ਦੇ ਨਾਲ ਤੇ ਕੁਝ ਹੋਰ ਸੂਬਿਆਂ ਦੇ ਨਾਲ, ਕਿ ਉੱਥੇ ਕਿੰਨੇ ਟੈਸਟ ਕੀਤੇ ਗਏ ਆ 10 ਲੱਖ ਵਿਅਕਤੀਆਂ ਦੇ ਪਿੱਛੇ, ਤੇ ਪੰਜਾਬ ਦੇ ਵਿੱਚ 10 ਲੱਖ ਵਿਅਕਤੀਆਂ ਦੇ ਪਿੱਛੇ ਕਿੰਨੇ ਟੈਸਟ ਹੋਏ ਆ, ਇਹ ਅੰਕੜਾ ਅੰਦਰੇ ਨੂੰ ਚੀਰਨ ਵਾਲਾ।
ਅਸੀਂ ਇਹ ਗੱਲ ਕਹਿੰਦੇ ਥੱਕਦੇ ਨਹੀਂ ਕਿ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਆ, ਸਿਹਤ ਸਹੂਲਤਾਂ ਬਾਕਮਾਲ ਆ, ਪਰ ਅੱਜ ਅਖਬਾਰਾਂ ਦੀਆਂ ਰਿਪੋਰਟਾਂ ਇਹ ਗੱਲ ਦੱਸਦੀਆਂ ਕਿ ਪੰਜਾਬ ਦੇ ਵਿੱਚ ਲੋਕ ਕਰੋਨਾ ਮੁਕਤ ਇਸ ਤੋਂ ਪਹਿਲਾਂ ਹੀ ਹੋ ਸਕਦੇ ਸੀ ਜੇਕਰ ਅਸੀਂ ਪੈਡ ਸਹੀ ਤਰੀਕੇ ਨਾਲ ਨੱਪੀ ਹੁੰਦੀ, ਜੇਕਰ ਅਸੀਂ ਕਰੋਨਾ ਪੀੜਤਾਂ ਨੂੰ ਵੇਲੇ ਸਿਰ ਪਛਾਣ ਲੈਂਦੇ, ਜੇਕਰ ਸਾਡੇ ਕੋਲੇ ਟੈਸਟ ਪ੍ਰਣਾਲੀ ਮਜ਼ਬੂਤ ਹੁੰਦੀ, ਜੇਕਰ ਅਸੀਂ ਲੋਕਾਂ ਨੂੰ ਵੇਲੇ ਸਿਰ ਕਾਬੂ ਕਰਕੇ, ਕਾਬੂ ਤੋਂ ਭਾਵ ਇਹ ਹੈ ਕਿ ਅਸੀਂ ਜੇਕਰ ਪਤਾ ਲਾ ਕੇ ਉਹਨਾਂ ਦਾ ਇਲਾਜ ਵੇਲੇ ਸਿਰ ਕਰਦੇ ਤਾਂ ਮਸਲੇ ਹੁਣ ਤੱਕ ਹੱਲ ਹੋ ਜਾਣੇ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਪੰਜਾਬ ਦੇ ਵਿੱਚ ਕਿਹੜੀ ਗੱਲੋਂ ਪਛੜ ਗਏ ਕਰੋਨਾ ਪੀੜਤਾਂ ਦਾ ਟੈਸਟ ਕਰਨ ਦੇ ਮਾਮਲੇ ਦੇ ਵਿੱਚ, ਟੈਸਟਾਂ ਦੇ ਮਾਮਲੇ ਦੇ ਵਿੱਚ ਪੰਜਾਬ ਆ ਜਿਹੜਾ ਉਹ ਬਾਕੀ ਸੂਬਿਆਂ ਦੇ ਮੁਕਾਬਲਤਨ ਪਿੱਛੇ ਕਿਹੜੀ ਗੱਲੋਂ ਰਹਿ ਗਿਆ, ਵਿਰੋਧੀ ਧਿਰਾਂ ਨੇ ਕੀ ਆਖਿਆ ਤੇ ਸੱਤਾਧਾਰੀ ਧਿਰ ਇਸ ਮੁਤਲਕ ਕੀ ਆਖ ਰਹੀ ਹੈ। ਪਹਿਲਾਂ ਇਹਦਾ ਜ਼ਿਕਰ ਤੇ ਬਾਅਦ ਵਿੱਚ ਟਿੱਪਣੀ। ਕਰੋਨਾ ਰੋਗੀਆਂ ਨੂੰ ਡਿਸਚਾਰਜ ਕਰਨ ਦੀ ਨਵੀਂ ਨੀਤੀ ਅਪਣਾਉਣ ਤੋਂ ਬਾਅਦ ਭਾਵੇਂ ਪੰਜਾਬ ਦੇ ਵਿੱਚ ਇਸ ਵਾਇਰਸ ਦੇ ਐਕਟਿਵ ਰੋਗੀਆਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਨਜ਼ਰ ਆ ਰਹੀ ਹੈ, ਪਰ ਇੱਕ ਸੱਚਾਈ ਇਹ ਵੀ ਹੈ ਕਿ ਪੰਜਾਬ ਵਿੱਚ ਆਮ ਲੋਕਾਂ ਦੇ ਕਰੋਨਾ ਟੈਸਟ ਨਹੀਂ ਹੋ ਰਹੇ ਤੇ ਪੰਜਾਬ ਇਸ ਮਾਮਲੇ ਵਿੱਚ ਨਾ ਸਿਰਫ ਗੁਆਂਢੀ ਸੂਬਿਆਂ ਹਰਿਆਣਾ ਤੇ ਦਿੱਲੀ ਦੇ ਮੁਕਾਬਲੇ ਪਛੜ ਗਿਆ, ਸਗੋਂ ਰਾਸ਼ਟਰੀ ਔਸਤ ਦੇ ਮਾਮਲੇ ਵਿੱਚ ਵੀ ਪੰਜਾਬ ਪਿੱਛੇ ਹੈ। 25 ਮਈ ਤੱਕ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਦੇ ਵਿੱਚ ਪ੍ਰਤੀ 10 ਲੱਖ ਵਿਅਕਤੀਆਂ ਪਿੱਛੇ 2252 ਟੈਸਟ ਹੋਏ ਨੇ, ਜਦੋਂ ਕਿ ਪੰਜਾਬ ਦੇ ਵਿੱਚ ਪ੍ਰਤੀ 10 ਲੱਖ ਦੇ ਪਿੱਛੇ 2209 ਟੈਸਟ ਹੋਏ ਨੇ। ਜੇਕਰ ਪੰਜਾਬ ਦੀ ਤੁਲਨਾ ਹਰਿਆਣਾ, ਰਾਜਸਥਾਨ ਨਾਲ ਕੀਤੀ ਜਾਵੇ ਤਾਂ ਉੱਥੇ ਪੰਜਾਬ ਦੇ ਮੁਕਾਬਲੇ ਤਕਰੀਬਨ 50% ਵੱਧ ਟੈਸਟ ਹੋਏ ਨੇ। ਹਰਿਆਣਾ ਵਿੱਚ ਪ੍ਰਤੀ 10 ਲੱਖ ਪਿੱਛੇ 3308 ਟੈਸਟ ਹੋਏ, ਜਦੋਂ ਕਿ ਰਾਜਸਥਾਨ ਦੇ ਵਿੱਚ ਪ੍ਰਤੀ 10 ਲੱਖ ਪਿੱਛੇ 4173 ਤੇ ਦਿੱਲੀ ਦੇ ਵਿੱਚ ਪ੍ਰਤੀ 10 ਲੱਖ ਦੇ ਪਿੱਛੇ 8700 ਤੇ 23 ਟੈਸਟ ਹੋਏ ਨੇ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇਸ ਮਾਮਲੇ ਵਿੱਚ ਖਾਸੇ ਪਿੱਛੇ ਹਾਂ। ਇਸ ਮੁਤਲਕ ਭਾਜਪਾ ਦੇ ਜਨਰਲ ਸਕੱਤਰ ਤਰਨ ਚੁੱਗ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਸ਼ਰਾਬ ਤੇ ਰੇਤ ਮਾਫੀਆ ਦੇ ਵਿੱਚ ਰੁੱਝੀ ਹੋਈ ਹੈ। ਪਿਛਲੀ ਕੈਬਨਿਟ ਇਸ ਕਰਕੇ ਰੱਦ ਹੋ ਗਈ ਸੀ ਕਿ ਸ਼ਰਾਬ ਦੇ ਪੈਸੇ ਦੀ ਬਾਂਦਰ ਵੰਡ ਕਿਵੇਂ ਹੋਵੇਗੀ ਤੇ ਕੈਬਨਿਟ ਦੇ ਵਿੱਚ ਹਮੇਸ਼ਾ ਸ਼ਰਾਬ ਦੇ ਪੈਸੇ ਨੂੰ ਲੈ ਕੇ ਚਰਚਾ ਹੁੰਦੀ ਹੈ ਤੇ ਕਰੋਨਾ ਦੇ ਮੁਤਲਕ ਵੇਲੇ ਸਿਰ ਕੋਈ ਚਰਚਾ ਨਹੀਂ ਹੋਈ। ਪਹਿਲਾਂ ਸ਼ਰਾਬ ਦੇ ਰੈਵਨਿਊ ਵਿੱਚ 2600 ਕਰੋੜ ਰੁਪਏ ਦੇ ਘਾਟੇ ਦੀ ਗੱਲ ਉੱਠੀ, ਪਰ ਹੁਣ ਸਮਝੌਤਾ ਹੋ ਗਿਆ, ਪਰ ਕੋਈ ਹੱਲ ਦਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਧਿਆਨ ਟੈਸਟਾਂ ਦੇ ਉੱਤੇ ਨਹੀਂ ਸਗੋਂ ਰੋਗੀਆਂ ਨੂੰ ਡਿਸਚਾਰਜ ਕਰਨ ਦੇ ਉੱਤੇ ਆ ਤਾਂ ਜੋ ਸਰਕਾਰ ਆਪਣੇ ਅਕਸ ਨੂੰ ਬਚਾ ਸਕੇ। ਤੀਜੇ ਪਾਸੇ ਇਹ ਵੀ ਦੱਸਣਾ ਬਣਦਾ ਹੈ ਕਿ ਪੱਛਮੀ ਬੰਗਾਲ ਤੇ ਤਾਮਿਲਨਾਡੂ ਦੇ ਵਿੱਚ ਟੈਸਟਾਂ ਦੀ ਰਫ਼ਤਾਰ ਵਧੀ ਹੈ। 10 ਅਪ੍ਰੈਲ ਤੋਂ ਲੈ ਕੇ 25 ਮਈ ਤੱਕ ਦੇਸ਼ ਦੇ ਵਿੱਚ ਕਰੋਨਾ ਦੇ ਟੈਸਟ ਕੀਤੇ ਜਾਣ ਦੀ ਰਫ਼ਤਾਰ ਵਧੀ। ਇਸ ਮਾਮਲੇ ਵਿੱਚ ਪੱਛਮੀ ਬੰਗਾਲ ਸਭ ਤੋਂ ਅੱਗੇ ਰਿਹਾ। ਪੱਛਮੀ ਬੰਗਾਲ ਵਿੱਚ ਇਸ ਮਿਆਦ ਵਿੱਚ ਟੈਸਟ ਕਰਨ ਦੀ ਰਫ਼ਤਾਰ 70.7% ਦੀ ਰਹੀ, ਜਦਕਿ ਤਾਮਿਲਨਾਡੂ ਦੇ ਵਿੱਚ ਟੈਸਟ ਵਾਧੇ ਦੀ ਰਫ਼ਤਾਰ 54.3% ਤੇ ਆਂਧਰਾ ਪ੍ਰਦੇਸ਼ ਦੇ ਵਿੱਚ 49.3%, ਝਾਰਖੰਡ ਦੇ ਵਿੱਚ 37.8%, ਉੜੀਸਾ ਦੇ ਵਿੱਚ 36% ਤੇ ਪੰਜਾਬ ਦੇ ਵਿੱਚ ਟੈਸਟ ਵਾਧੇ ਦੀ ਰਫ਼ਤਾਰ 31.2% ਰਹੀ। ਪੰਜਾਬ ਟੈਸਟ ਰਫ਼ਤਾਰ ਵਾਧੇ ਦੇ ਮਾਮਲੇ ਵਿੱਚ ਵੀ 7ਵੇਂ ਨੰਬਰ ਦੇ ਉੱਤੇ ਰਿਹਾ। ਪੰਜਾਬ ਦੇ ਵਿੱਚ ਸਭ ਤੋਂ ਵੱਧ 6766 ਟੈਸਟ ਲੁਧਿਆਣਾ ਦੇ ਵਿੱਚ ਕੀਤੇ ਗਏ ਤੇ 6611 ਟੈਸਟਾਂ ਦੇ ਨਾਲ ਜਲੰਧਰ ਦੂਜੇ ਨੰਬਰ ਦੇ ਉੱਤੇ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਪੰਜਾਬ ਪਹਿਲਾਂ ਵੀ ਟੈਸਟਾਂ ਦੇ ਮਾਮਲੇ ਦੇ ਵਿੱਚ ਪਛੜਿਆ ਸੀ ਸ਼ੁਰੂਆਤੀ ਦੌਰ ਦੇ ਵਿੱਚ ਤੇ ਅੱਜ ਦੀ ਤਰੀਕ ਦੇ ਵਿੱਚ ਵੀ ਪਛੜਿਆ ਨਜ਼ਰ ਆ ਰਿਹਾ। ਡਾਕਟਰਾਂ ਦੀ ਵੀ ਕਈ ਥਾਵਾਂ ਦੇ ਉੱਤੇ ਅਣਗਹਿਲੀ ਨਜ਼ਰ ਆਈ ਹੈ, ਲੋਕਾਂ ਦੀ ਵੀ ਕਈ ਥਾਵਾਂ ਤੇ ਅਣਗਹਿਲੀ ਨਜ਼ਰ ਆਈ ਹੈ। ਸਰਕਾਰ ਤੇ ਵਿਰੋਧੀ ਧਿਰ ਇਸ ਵਕਤ ਪੰਜਾਬ ਦੇ ਵਿੱਚ ਮਿਲ ਕੇ ਨਹੀਂ ਚੱਲ ਰਹੇ, ਸਿਰਫ ਤੇ ਸਿਰਫ ਹਰ ਰਾਜਨੀਤਿਕ ਧਿਰ ਆਪਣੀ ਚੌਧਰ ਦੇ ਨਾਲ ਸੰਬੰਧਿਤ ਗੱਲਾਂ ਕਰ ਰਹੀ ਹੈ। ਇਸ ਮੁਤਲਕ ਨਹੀਂ ਫਿਕਰ ਕੀਤਾ ਜਾ ਰਿਹਾ ਕਿ ਪੰਜਾਬ ਦਾ ਭਾਵੇਂ ਕੋਈ ਵੀ ਹਿੱਸਾ ਹੋਵੇ, ਕੋਈ ਵੀ ਹਲਕਾ ਹੋਵੇ, ਪਿੰਡ ਨਗਰ ਖੇੜਾ ਹੋਵੇ, ਹੈ ਤਾਂ ਪੰਜਾਬੀਆਂ ਦਾ। ਪੰਜਾਬ ਦੇ ਬਸ਼ਿੰਦੇ ਨੇ ਜਿਹੜੇ ਉਹ ਭਾਵੇਂ ਕਿਸੇ ਨੂੰ ਵੀ ਵੋਟ ਪਾਉਣ ਕਿਸੇ ਨੂੰ ਨਾ ਪਾਉਣ, ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ। ਬਾਕੀ ਦੇਸ਼ਾਂ ਦੇ ਵਿੱਚ ਇਹ ਗੱਲ ਸੋਚੀ ਗਈ ਹੈ, ਭਾਰਤ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਇਹ ਉਸ ਪੱਧਰ ਦੇ ਉੱਤੇ ਸੋਚੀ ਨਹੀਂ ਜਾਂਦੀ। ਹੁਣ ਜਦੋਂ ਇਹ ਰਿਪੋਰਟ ਸਾਹਮਣੇ ਆ ਗਈ ਹੈ ਲਿਖਤੀ ਤੌਰ ਦੇ ਉੱਤੇ ਵੀ, ਜਿਵੇਂ ਅਖਬਾਰਾਂ ਦੇ ਵਿੱਚ ਆਈ ਹੈ ਕਿ ਪੰਜਾਬ 7ਵੇਂ ਨੰਬਰ ਦੇ ਉੱਤੇ ਆਇਆ ਟੈਸਟਾਂ ਦੇ ਮਾਮਲੇ ਦੇ ਵਿੱਚ, ਪਰ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਨੰਬਰ 1 ਸੂਬਾ ਬਣ ਚੁੱਕਿਆ ਸਿਹਤ ਸਹੂਲਤਾਂ ਦੇ ਮਾਮਲੇ ਦੇ ਵਿੱਚ। ਜੇਕਰ ਅਸੀਂ ਤਾਲਾਬੰਦੀ ਕਰਤੀ, ਲਗਾਤਾਰ 2 ਮਹੀਨੇ ਤਾਲਾਬੰਦੀ ਰਹੀ ਜਿਵੇਂ ਕਿ ਇਸ ਵਕਤ ਵੀ ਜਾਰੀ ਹੈ, ਕਰਫਿਊ ਪੰਜਾਬ ਦੇ ਵਿੱਚ ਲੱਗਾ ਰਿਹਾ, ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲੇ, ਤਾਂ ਅਸੀਂ ਇਸ ਸਮੇਂ ਦੇ ਵਿੱਚ ਸਿਹਤ ਸਹੂਲਤਾਂ ਕਿਹੜੀਆਂ ਪੈਦਾ ਕੀਤੀਆਂ? ਡਾਕਟਰਾਂ ਦੀਆਂ ਅਣਗਹਿਲੀਆਂ ਨੇ ਵੀ ਇਤਕੀ ਕਰੋਨਾ ਵਧਾਇਆ। ਡਾਕਟਰਾਂ ਨੂੰ ਖੁਦ ਨੂੰ ਭੰਬਲ ਭੂਸਾ ਪਿਆ ਰਿਹਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਅੱਜ ਰਿਪੋਰਟ ਲਈ ਜਾਂਦੀ ਸੀ, ਟੈਸਟ ਕੀਤਾ ਜਾਂਦਾ ਸੀ, ਰਿਪੋਰਟ ਨੈਗੇਟਿਵ ਆ ਗਈ। ਹੋਰ 3 ਦਿਨਾਂ ਨੂੰ ਉਹ ਟੈਸਟ ਕੀਤਾ ਜਾਂਦਾ ਸੀ, ਰਿਪੋਰਟ ਪੋਜ਼ਿਟਿਵ ਆ ਜਾਂਦੀ ਸੀ। ਅੱਜ ਰਿਪੋਰਟ ਪੋਜ਼ਿਟਿਵ ਆ, ਪਰਸੋਂ ਟੈਸਟ ਕੀਤਾ, ਰਿਪੋਰਟ ਨੈਗੇਟਿਵ ਆ ਜਾਂਦੀ ਸੀ। ਡਾਕਟਰਾਂ ਨੂੰ ਖੁਦ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਸਾਡੇ ਨਾਲ ਕੀ ਬਣ ਰਿਹਾ। ਜਦੋਂ ਸੂਬੇ ਦੇ ਵਿੱਚ ਡਾਕਟਰ ਵੀ ਇਹ ਗੱਲ ਕਹਿਣ ਕਿ ਸਾਨੂੰ ਸਿਹਤ ਸਹੂਲਤਾਂ ਨਹੀਂ ਮਿਲਦੀਆਂ, ਜਦੋਂ ਅੰਮ੍ਰਿਤਸਰ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਡਾਕਟਰ ਆ ਜਿਹੜੇ ਖੁਦ ਪ੍ਰਦਰਸ਼ਨ
ਕਰਨ, ਨਰਸਾਂ ਖੁਦ ਪ੍ਰਦਰਸ਼ਨ ਕਰਨ ਪਟਿਆਲੇ ਦੇ ਵਿੱਚ ਕਿ ਸਾਨੂੰ ਸਿਹਤ ਸਹੂਲਤਾਂ ਦੀ ਘਾਟ ਆ ਤੇ ਫਿਰ ਆਮ ਲੋਕ ਕਿਹੜੇ ਬਾਗ ਦੀ ਮੂਲੀ ਆ। ਸੋਚਣ ਵਿਚਾਰਨ ਵਾਲੀ ਗੱਲ ਇਹ ਹੈ, ਪਿਛਲੇ ਹਫ਼ਤੇ ਲੁਧਿਆਣਾ ਦੇ ਸਿਵਲ ਹਸਪਤਾਲ ਵਿਚਲੇ 4 ਦਰਜਾ 4 ਕਰਮਚਾਰੀਆਂ ਦੀ ਦਰਦ ਕਹਾਣੀ ਸਾਹਮਣੇ ਆਈ ਸੀ। ਇੱਕ ਵੀਡੀਓ ਦੇ ਰਾਹੀਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਸੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਹਾਂ, ਬਣਦੀ ਸਰਦੀ ਅਸੀਂ ਜ਼ਿੰਮੇਵਾਰੀ ਅਦਾ ਕਰ ਰਹੇ ਹਾਂ, ਪਰ ਇਸ ਸੰਕਟ ਦੀ ਘੜੀ ਦੇ ਵਿੱਚ ਜਦੋਂ ਅਸੀਂ ਵੀ ਕਰੋਨਾ ਪੀੜਤ ਹੋ ਗਏ ਹਾਂ ਤਾਂ ਸਾਡੇ ਨਾਲ ਡੰਗਰਾਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਇਹੋ ਜਿਹੀਆਂ ਇੰਨੀਆਂ ਕੁ ਖਬਰਾਂ ਆਈਆਂ ਵੀ ਸੂਬੇ ਦੀ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋਏ, ਪਰ ਇਸ ਮੌਕੇ ਦੇ ਉੱਤੇ ਵੀ ਸਿਰਫ ਰਾਜਨੀਤੀ ਹੋ ਰਹੀ ਹੈ। ਚਾਹੀਦਾ ਤਾਂ ਇਹ ਹੈ ਵੀ ਰਾਜਨੀਤੀ ਮਹੀਨਾ ਠਹਿਰ ਕੇ ਕਰ ਲਈਏ, ਕਿਉਂਕਿ ਆਪਾਂ ਪਹਿਲਾਂ ਵੀ ਕਰਦੇ ਰਹੇ ਹਾਂ, ਆਪਾਂ ਆਖਰੀ ਸਾਹ ਤੱਕ ਇਹੀ ਕੁਝ ਕਰਨਾ। ਇਸ ਵਕਤ ਪੰਜਾਬ ਦੇ ਵਿੱਚ ਬੀਜ ਘੁਟਾਲੇ ਦੀ ਚਰਚਾ ਛਿੜੀ ਹੋਈ ਹੈ, ਲੋਕ ਮਰ ਰਹੇ ਆ, ਲੋਕ ਪੀੜਤ ਹੋ ਰਹੇ ਆ, ਕਾਰੋਬਾਰ ਡੁੱਬ ਚੁੱਕੇ ਆ ਤੇ ਨੌਕਰੀਆਂ ਛੁੱਟ ਗਈਆਂ, ਤੇ ਫਿਰ ਵੀ ਆਪਾਂ ਇਹ ਗੱਲ ਕਹਿੰਦੇ ਆ ਫਲਾਣੇ ਨੂੰ ਗ੍ਰਿਫਤਾਰ ਕਰ ਲਓ, ਦੂਜਾ ਕਹਿੰਦਾ ਨਾ ਮੈਨੂੰ ਕਾਹਤੋਂ ਕਰਨਾ, ਮੇਰੀ ਤਾਂ ਇਕੱਲੀ ਫੋਟੋ ਹੀ ਸੀ, ਉਹ ਕਹਿੰਦਾ ਨਾ ਇਹਨੂੰ ਕਰਨਾ ਚਾਹੀਦਾ। ਇਹ ਖੇਡਾਂ ਖੇਡੀਆਂ ਜਾ ਰਹੀਆਂ। ਇਹਨਾਂ ਗੱਲਾਂ ਦਾ ਨਾ ਤਾਂ ਕਦੇ ਕੋਈ ਅਰਥ ਨਿਕਲਿਆ, ਨਾ ਇਹਨਾਂ ਦਾ ਕਦੇ ਕੋਈ ਨਤੀਜਾ ਸਾਹਮਣੇ ਆਉਣਾ। ਇਹ ਸਿਰਫ ਤੇ ਸਿਰਫ ਅਖਬਾਰਾਂ ਦੀ ਜਗ੍ਹਾ ਘੇਰਨ ਵਾਲੀਆਂ ਗੱਲਾਂ, ਪਰ ਪੰਜਾਬ ਦੇ ਲੋਕਾਂ ਦੇ ਮਸਲੇ ਊਠ ਦੇ ਬੁੱਲ ਵਾਂਗੂ ਪਹਿਲਾਂ ਵੀ ਲਟਕਦੇ ਰਹੇ ਆ, ਅੱਜ ਵੀ ਲਟਕ ਰਹੇ ਆ। ਇਹ ਜਿਹੜੀਆਂ ਸਿਆਸੀ ਖੇਡਾਂ, ਇਹਨਾਂ ਦੇ ਕਰਕੇ ਅਸੀਂ ਵਕਤ ਵੀ ਜ਼ਾਇਆ ਕੀਤਾ ਤੇ ਆਪਣਾ ਮਾਨਸਿਕ ਤਵਾਜ਼ਨ ਵੀ ਕਈ ਵਾਰ ਖਰਾਬ ਕੀਤਾ, ਪਰ ਪੰਜਾਬ ਦੇ ਮਸਲੇ ਕਿੱਥੇ ਗਏ? ਪੰਜਾਬ ਦੇ ਮਸਲਿਆਂ ਨੂੰ ਕਿਹਨੇ ਪੂਰਾ ਕੀਤਾ? ਸੋਚਣਾ ਵਿਚਾਰਨਾ ਇਸ ਗੱਲ ਦੇ ਲਈ ਬਣਦਾ। ਛੋਟੇ ਛੋਟੇ ਦੁਨੀਆ ਦੇ ਦੇਸ਼ ਆ ਜਿਹੜੇ, ਉਹ ਕਿੱਥੋਂ ਕਿੱਥੇ ਪਹੁੰਚ ਗਏ ਆਪਣੀ ਉਸਾਰੂ ਸੋਚ ਦੇ ਸਦਕਾ, ਤੇ ਭਾਰਤ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਨੇ ਕੀ ਤੋਂ ਕੀ ਬਣਾ ਦਿੱਤਾ, ਇਹਦੇ ਬਾਬਤ ਆਪਾਂ ਸਾਰਾ ਕੁਝ ਜਾਣਦੇ ਹਾਂ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਸੂਬੇ ਦੀ ਸਰਕਾਰ ਜਾਂ ਵਿਰੋਧੀ ਧਿਰਾਂ ਉਹ ਜੋ ਕੁਝ ਕਰਦੀਆਂ ਇਹਨੂੰ ਦਰਕਿਨਾਰ ਕੀਤਾ ਜਾਵੇ, ਇਹਨੂੰ ਅਸੀਂ ਭੁੱਲ ਜਾਈਏ ਕਿ ਉਹਨਾਂ ਨੇ ਕੁਝ ਬਹੁਤ ਕਮਾਲ ਕਰਨਾ ਜਾਂ ਕਰ ਦਿੱਤਾ। ਅਸੀਂ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਖੁਦ ਯਤਨਸ਼ੀਲ ਹੋਈਏ। ਜੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਾਂਗੇ, ਜੇਕਰ ਅਸੀਂ ਦਿੱਤੀਆਂ ਹੋਈਆਂ ਹਦਾਇਤਾਂ ਦੇ ਉੱਤੇ ਅਮਲ ਕਰਾਂਗੇ, ਤਾਂ ਸ਼ਾਇਦ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਬਚੀ ਰਹੇ। ਤੇ ਜੇ ਅਸੀਂ ਕਹੀਏ ਸਿਆਸੀ ਪਾਰਟੀਆਂ ਸਾਡੇ ਲਈ ਕੁਝ ਕਰਨਗੀਆਂ, ਇਹ ਦਿਨ ਦੇ ਵਿੱਚ ਤਾਰੇ ਦੇਖਣ ਵਾਲੀ ਗੱਲ ਹੈ। ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਜਿਨ੍ਹਾਂ ਦੀ ਸੇਵਾ ਮੁਕਤੀ ਹੋਣੀ ਆ ਅਗਸਤ ਦੇ ਮਹੀਨੇ ਦੇ ਵਿੱਚ, ਉਹਨਾਂ ਦੇ ਮੁਤਲਕ ਪਿਛਲੇ ਕਈ ਦਿਨਾਂ ਤੋਂ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਏ। ਪੰਜਾਬ ਦੇ 3 ਮੰਤਰੀ ਨਿੱਠ ਕੇ ਸਾਹਮਣੇ ਆਏ, ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ। ਇਹਨਾਂ ਤਿੰਨਾਂ ਨੇ ਇਹ ਗੱਲ ਕਹੀ ਸੀ ਕਿ ਕਰਨ ਅਵਤਾਰ ਸਿੰਘ ਦਾ ਨਜ਼ਰੀਆ, ਕਰਨ ਅਵਤਾਰ ਸਿੰਘ ਦੀ ਬੋਲਬਾਣੀ, ਉਹਨਾਂ ਦੀ ਬਾਡੀ ਲੈਂਗੁਏਜ ਤੇ ਕਈ ਹੋਰ ਗੱਲਾਂ ਜਿਹੜੀਆਂ ਉਹ ਸਾਨੂੰ ਚੁਭਦੀਆਂ। ਜਿੰਨੀ ਦੇਰ ਤੱਕ ਉਹ ਮੀਟਿੰਗ ਦੇ ਵਿੱਚ ਰਹਿਣਗੇ, ਕਿਸੇ ਵੀ ਮੀਟਿੰਗ ਦੇ ਵਿੱਚ ਆਉਣਗੇ, ਅਸੀਂ ਮੀਟਿੰਗ ਦੇ ਵਿੱਚ ਨਹੀਂ ਆਉਣਾ। ਚੰਨੀ ਤੇ ਬਾਦਲ ਨੇ ਇਹ ਗੱਲ ਨਿੱਠ ਕੇ ਕਹੀ ਸੀ। ਪਰ ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਕਿ ਦੁਪਹਿਰ ਦੀ ਰੋਟੀ ਦਾ ਆਸਰਾ ਲਿਆ ਗਿਆ। ਵੈਸੇ ਤਾਂ ਹਰ ਬੰਦੇ ਨੂੰ ਰੋਟੀ ਦਾ ਆਸਰਾ ਜ਼ਿੰਦਗੀ ਜਿਉਣ ਦੇ ਲਈ ਬੜੀ ਜ਼ਰੂਰੀ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਸਮੇਂ-ਸਮੇਂ ਦੇ ਉੱਤੇ ਲੰਚ ਜਾਂ ਡਿਨਰ ਡਿਪਲੋਮੈਸੀ ਜਿਹੜੀ ਵਰਤੋਂ ਕਰਦੇ ਆ, ਤੇ ਉਸ ਤੋਂ ਬਾਅਦ ਮਸਲੇ ਨੂੰ ਜਿਹੜਾ ਕਿ ਉਭਰਿਆ ਹੁੰਦਾ, ਜਿਹੜਾ ਕਿ ਉਬਲ ਰਿਹਾ ਹੁੰਦਾ, ਉਹਦੇ ਉੱਤੇ ਮਿੱਟੀ ਪਾਉਣ ਦੇ ਵਿੱਚ, ਪਾਣੀ ਪਾਉਣ ਦੇ ਵਿੱਚ ਸਫਲ ਹੋ ਜਾਂਦੇ ਆ। ਐਤਕੀ ਵੀ ਹੋ ਗਏ ਆ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫਾਰਮ ਹਾਊਸ ਦੇ ਉੱਤੇ ਚੰਨੀ ਤੇ ਬਾਦਲ ਨੂੰ ਸੱਦਿਆ ਸੀ। ਉਸ ਦਿਨ ਇਸ ਗੱਲ ਦੀ ਆਸ ਸੀ ਕਿ ਕੁਝ ਨਾ ਕੁਝ ਹੋ ਜਾਣਾ, ਪਰ ਉਹੀ ਕੁਝ ਹੋਇਆ ਜਿਹਦੀ ਕਿ ਸੱਚੀ ਮੁੱਚੀ ਆਸ ਸੀ। ਹੁਣ ਜਦੋਂ ਕੈਬਨਿਟ ਦੀ ਮੀਟਿੰਗ ਹੋਈ ਹੈ, ਉਹਦੇ ਵਿੱਚ ਸਾਰੇ ਮੰਤਰੀਆਂ ਨੇ ਕਰਨ ਅਵਤਾਰ ਸਿੰਘ ਨੂੰ ਮਾਫ ਕਰ ਦਿੱਤਾ। ਕਹਿਣ ਦਾ ਭਾਵ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨ ਅਵਤਾਰ ਸਿੰਘ ਨੂੰ ਬਚਾਉਣ ਦੇ ਵਿੱਚ ਸਫਲ ਰਹੇ ਆ, ਤੇ ਮੰਤਰੀਆਂ ਨੂੰ ਮਜਬੂਰੀ ਦੇ ਵਿੱਚ ਕਹੀਏ ਜਾਂ ਕੋਈ ਹੋਰ ਕਾਰਨ ਸੀ ਨਿੱਜੀ ਤੌਰ ਦੇ ਉੱਤੇ, ਉਹਦੇ ਕਰਕੇ ਚੁੱਪ ਵੱਟਣੀ ਪਈ ਆ, ਉਹਨਾਂ ਨੂੰ ਦੜ ਵੱਟਣੀ ਪਈ ਆ ਵੀ ਚਲੋ ਕੋਈ ਗੱਲ ਨਹੀਂ। ਪਰ ਇਹ ਸਭ ਦੇ ਦਰਮਿਆਨ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇੱਕ ਗੱਲ ਕਹੀ ਆ। ਉਹਨਾਂ ਨੇ ਕਿਹਾ ਜੀ ਕਿ ਮਾਫ ਕਰ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ। ਤੀਜੀ ਵਾਰ ਮੇਰੇ ਕੋਲੋਂ ਕਰਨ ਅਵਤਾਰ ਸਿੰਘ ਨੇ ਮਾਫੀ ਮੰਗੀ, ਤੇ ਜੇ ਮੈਂ ਹੁਣ ਵੀ ਨਾ ਮਾਫ ਕਰਦਾ ਤਾਂ ਇਹ ਲੱਗਣਾ ਸੀ ਕਿ ਮੈਂ ਹੰਕਾਰਿਆ ਹੋਇਆ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ, ਨਾ ਤਾਂ ਇਹ ਸਾਡੀ ਪਹਿਲੀ ਲੜਾਈ ਸੀ ਤੇ ਨਾ ਹੀ ਇਹ ਸਾਡੀ ਕੋਈ ਆਖਰੀ ਲੜਾਈ ਸੀ। ਕਹਿਣ ਦਾ ਭਾਵ ਇਹ ਆ ਕਿ ਵਕਤੀ ਤੌਰ ਦੇ ਉੱਤੇ ਮੰਤਰੀਆਂ ਨੂੰ ਚੁੱਪ ਕਰਾ ਲਿਆ ਗਿਆ। ਕਰਨ ਅਵਤਾਰ ਸਿੰਘ ਆ ਜਿਹੜੇ ਉਹ ਵਕਤੀ ਤੌਰ ਦੇ ਉੱਤੇ ਬਚੇ ਵੀ ਹੈ। ਮੰਤਰੀਆਂ ਦਾ ਰੋਹ ਜਿਹੜਾ ਉਹ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੀਡੀਆ ਦੇ ਵਿੱਚ ਵੀ ਗੱਲ ਆ ਗਈ ਕਿ ਸਭ ਕੁਝ ਖਤਮ ਹੋ ਗਿਆ, ਸਮਾਪਤ ਹੋ ਗਿਆ। ਗੱਲਬਾਤ ਜਿਹੜੀ ਕਿ ਉੱਠੀ ਸੀਗੀ ਵਿਰੋਧ ਦੇ ਰੂਪ ਦੇ ਵਿੱਚ, ਉਹਦੇ ਉੱਤੇ ਪੋਚਾ ਫੇਰ ਦਿੱਤਾ ਗਿਆ, ਪਰ ਫਿਰਿਆ ਨਹੀਂ। ਇਹ ਅੰਦਰ ਖਾਤੇ ਸੁਲਝਦੀ ਰਹਿਣੀ ਹੈ ਗੱਲ। ਆਉਂਦੇ ਸਮੇਂ ਦੇ ਵਿੱਚ ਕੀ ਨਤੀਜੇ ਨਿਕਲਣਗੇ ਵਕਤ ਦੱਸੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੋਰੋਨਾ ਦੇ ਦੌਰ ਦੇ ਵਿੱਚ ਚੱਲੇ ਪੰਜਾਬ ਦੇ ਵਿੱਚ ਸਿਆਸੀ ਬਨਾਮ ਅਫਸਰਸ਼ਾਹੀ ਦੇ ਸਭ ਤੋਂ ਦਿਲਚਸਪ ਡਰਾਮੇ ਦੇ ਵਿੱਚ ਇੱਕ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਭਾਰੂ ਰਿਹਾ, ਤੇ ਕੁਝ ਦਿਨ ਪਹਿਲਾਂ ਗੁੱਸੇ ਦੇ ਵਿੱਚ ਤੱਤੇ ਭਾਰੇ ਹੋਏ ਮੰਤਰੀਆਂ ਨੂੰ ਮਹਿਜ਼ ਚੀਫ ਸੈਕਟਰੀ ਦੀ ਮਾਫੀ ਦੇ ਨਾਲ ਹੀ ਸਬਰ ਦਾ ਘੁੱਟ ਭਰਨਾ ਪਿਆ। ਚੰਡੀਗੜ੍ਹ ਸਿਵਲ ਸੈਕਟਰੀਏਟ ਦੇ ਵਿੱਚ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਮੰਤਰੀ ਵੀ ਮੌਜੂਦ ਰਹੇ ਤੇ ਮੁੱਖ ਸਕੱਤਰ ਵੀ। ਹਾਲਾਂਕਿ ਮੁੱਖ ਸਕੱਤਰ ਤੋਂ ਮਾਫੀ ਮੰਗਵਾ ਕੇ ਮੁੱਖ ਮੰਤਰੀ ਨੇ ਹਾਲ ਦੀ ਘੜੀ ਮੁੱਦੇ ਨੂੰ ਸਾਂਭ ਲਿਆ, ਪਰ ਮਨਪ੍ਰੀਤ ਬਾਦਲ ਦਾ ਇਹ ਕਹਿਣਾ ਕਿ ਇਹ ਕੋਈ ਪਹਿਲੀ ਤੇ ਆਖਰੀ ਲੜਾਈ ਨਹੀਂ, ਕਈ ਸਾਰੀਆਂ ਸਿਆਸੀ ਕਿਆਸ ਅਰਾਈਆਂ ਨੂੰ ਜਨਮ ਦੇਣ ਵਾਲੀ ਗੱਲ ਹੈ।
ਮਨਪ੍ਰੀਤ ਬਾਦਲ ਭਾਵੇਂ ਮੀਡੀਆ ਦੇ ਸਾਹਮਣੇ ਕਹਿ ਗਏ ਕਿ ਮੁੱਖ ਸਕੱਤਰ ਨੇ ਮੁੜ ਮਾਫੀ ਮੰਗੀ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਅੱਗੇ ਤੋਂ ਇਹ ਸਭ ਕੁਝ ਨਹੀਂ ਹੋਵੇਗਾ ਤੇ ਉਹ ਨਾ ਮਾਫ ਕਰਦੇ ਤਾਂ ਇਹ ਸਮਝਿਆ ਜਾਣਾ ਸੀ ਕਿ ਹੰਕਾਰ ਕੀਤਾ ਜਾ ਰਿਹਾ, ਪਰ ਇਹ ਬਿਆਨ ਕਿਤੇ ਨਾ ਕਿਤੇ ਕੈਪਟਨ ਦੀ ਠੁੱਕ ਦੇ ਲਈ ਚੁਣੌਤੀ ਭਰਿਆ ਬਿਆਨ ਜ਼ਰੂਰ ਕਿਹਾ ਜਾ ਸਕਦਾ ਹੈ। ਇਹ ਪਹਿਲੀ ਵਾਰ ਹੋਇਆ ਜਦ ਮਨਪ੍ਰੀਤ ਬਾਦਲ ਵਰਗੇ ਠਰਮੇ ਵਾਲੇ ਆਗੂ ਵਜੋਂ ਜਾਣੇ ਜਾਂਦੇ ਨੇਤਾ ਵੱਲੋਂ ਇੰਨਾ ਸਖਤ ਸਟੈਂਡ ਲਿਆ ਗਿਆ, ਪਰ ਕਿਤੇ ਨਾ ਕਿਤੇ ਇਹ ਸਟੈਂਡ ਮੁੱਖ ਸਕੱਤਰ ਇਕੱਲੇ ਕਰਕੇ ਨਹੀਂ, ਪੂਰੀ ਅਫਸਰਸ਼ਾਹੀ ਦੇ ਖਿਲਾਫ ਲਿਆ ਗਿਆ ਜਾਪ ਰਿਹਾ, ਜਿਸ ਵਿੱਚ ਦੂਜੇ ਮੰਤਰੀਆਂ ਦੇ ਤਿੱਖੇ ਸੁਰਾਂ ਤੇ ਵਿਧਾਇਕਾਂ ਵੱਲੋਂ ਕੀਤੇ ਜ਼ੋਰਦਾਰ ਹਮਲੇ ਨੇ ਅੱਗ ਦੇ ਉੱਤੇ ਘਿਓ ਵਾਲਾ ਕੰਮ ਕੀਤਾ। ਮੰਤਰੀਆਂ ਤੇ ਵਿਧਾਇਕਾਂ ਦੇ ਸਖਤ ਰਵੱਈਏ ਕਰਕੇ ਹੀ ਕੈਪਟਨ ਨੂੰ ਇੱਕ ਵਾਰ ਫੇਰ ਲੰਚ ਡਿਪਲੋਮੈਸੀ ਦਾ ਸਹਾਰਾ ਲੈਣਾ ਪਿਆ ਤੇ ਅੱਡੋ ਅੱਡ ਮੰਤਰੀਆਂ ਤੇ ਵਿਧਾਇਕਾਂ ਨੂੰ ਰੋਟੀ ਤੇ ਸੱਦ ਕੇ ਕੈਪਟਨ ਨੇ ਇੱਕ ਵਾਰ ਫਿਰ ਉੱਠੀ ਹੋਈ ਬਗਾਵਤ ਨੂੰ ਠੱਲ ਪਾ ਲਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ, ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੇ ਅੰਦਾਜ਼ੇ ਸੀ ਕਿ ਉੱਠੀ ਹੋਈ ਬਗਾਵਤ ਦੇ ਮੱਦੇਨਜ਼ਰ ਆਉਂਦੇ ਕੁਝ ਕੁ ਦਿਨਾਂ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਹੋ ਸਕਦੀ ਹੈ। ਮੰਨਿਆ ਇਹ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਈ ਸੀ ਕਿ ਮੰਤਰੀ ਮੰਡਲ ਦੇ ਵਿੱਚ ਤਬਦੀਲੀ ਹੋਣੀ ਹੈ, ਜਿਹੜੇ ਬਾਗੀ ਸੁਰਾਂ ਰੱਖਦੇ ਸੀ ਉਹਨਾਂ ਮੰਤਰੀਆਂ ਨੂੰ ਇੱਕ ਸੰਕੇਤ ਦੇਣ ਵਾਸਤੇ ਇਹ ਛੁਰਲੀ ਬੰਨੀ ਜਾ ਰਹੀ ਸੀ ਕਿ ਜੇਕਰ ਤੁਸੀਂ ਚੁੱਪ ਨਾ ਕੀਤੇ ਤੁਹਾਡੇ ਅਹੁਦੇ ਬਦਲ ਦਿੱਤੇ ਜਾਣਗੇ, ਤੁਹਾਡੇ ਕੋਲੋਂ ਮੰਤਰੀ ਅਹੁਦੇ ਲੈ ਕੇ ਕਿਸੇ ਹੋਰ ਦੇ ਉੱਤੇ ਗੁਣਾ ਪਾ ਦਿੱਤਾ ਜਾਣਾ। ਹੋ ਸਕਦਾ ਇੱਕ ਮਜਬੂਰੀ ਦੇ ਵਿੱਚ ਉਹਨਾਂ ਨੇ ਕਰਨ ਅਵਤਾਰ ਸਿੰਘ ਨੂੰ ਮਾਫ ਕਰਨ ਦੀ ਗੱਲ ਵੀ ਕਹਿ ਦਿੱਤੀ ਹੋਵੇ ਕਿ ਚਲੋ ਜੀ ਗੱਲ ਖਤਮ ਹੋ ਗਈ, ਸਾਡੇ ਮਨ ਦੇ ਵਿੱਚ ਹੁਣ ਕੋਈ ਗੁੱਸਾ ਗਿਲਾ ਨਹੀਂ, ਸਾਰੀ ਗੱਲ ਦੇ ਉੱਤੇ ਪੋਚਾ ਫੇਰ ਦਿੰਦੇ ਆ। ਪਰ ਚਰਨਜੀਤ ਚੰਨੀ ਤੇ ਮਨਪ੍ਰੀਤ ਬਾਦਲ ਹੋਰਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਕਰਨ ਅਵਤਾਰ ਸਿੰਘ ਮੀਟਿੰਗ ਦੇ ਵਿੱਚ ਰਹਿਣਗੇ ਅਸੀਂ ਉਸ ਮੀਟਿੰਗ ਦੇ ਵਿੱਚ ਨਹੀਂ ਜਾਣਾ। ਹੁਣ ਉਹ ਸਾਰੀ ਗੱਲ ਖਤਮ ਹੋ ਚੁੱਕੀ ਹੈ ਵਕਤੀ ਤੌਰ ਦੇ ਉੱਤੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਦੋਂ ਪਿਛਲੇ ਦਿਨੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮੀਟਿੰਗ ਹੋਈ, ਉਸ ਵਕਤ ਵੀ ਇਹੀ ਮੰਤਰੀ ਜਿਹੜੇ ਸੀਗੇ ਤੇ ਉਸ ਤੋਂ ਇਲਾਵਾ ਕਰਨ ਅਵਤਾਰ ਸਿੰਘ ਹੋਰੀ ਵੀ ਸੀਗੇ। ਸੋ ਹੁਣ ਮਨਪ੍ਰੀਤ ਬਾਦਲ ਹੋਰਾਂ ਨੇ ਕਿਹਾ ਜੀ ਕਿ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਅਫਸੋਸ ਕਰਨ ਦੇ ਲਈ ਆਏ ਸੀ ਕਰਨ ਅਵਤਾਰ ਸਿੰਘ, ਉਦੋਂ ਵੀ ਉਹਨਾਂ ਨੇ ਮਾਫੀ ਮੰਗੀ। ਹੁਣ ਵੀ ਕੈਬਨਿਟ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਸਾਰੀ ਕੈਬਨਿਟ ਤੋਂ ਮਾਫੀ ਮੰਗੀ ਕਿ ਭਵਿੱਖ ਦੇ ਵਿੱਚ ਇਦਾਂ ਦੀ ਗਲਤੀ ਨਹੀਂ ਕਰਦੇ। ਇਸ ਤੋਂ ਪਹਿਲਾਂ ਵੀ ਇੱਕ ਵਾਰ ਮਾਫੀ ਮੰਗੀ ਤੇ ਅਸੀਂ ਮਾਫ ਕਰ ਦਿੱਤਾ। ਚਰਨਜੀਤ ਚੰਨੀ ਨੇ ਕਿਹਾ ਜੀ ਕਿ ਇਹ ਕੋਈ ਹੰਕਾਰ ਦੀ ਲੜਾਈ ਨਹੀਂ ਸੀ, ਪਰ ਇਸ ਲੜਾਈ ਤੋਂ ਬਾਅਦ ਜਿੱਤ ਸਾਡੀ ਹੋਈ ਆ ਉਹਨਾਂ ਦੇ ਕਹਿਣ ਦੇ ਮੁਤਾਬਕ, ਤੇ ਅਫਸਰਸ਼ਾਹੀ ਨੂੰ ਇਸ ਗੱਲ ਦਾ ਸੁਨੇਹਾ ਚਲਾ ਗਿਆ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਉਹ ਤੁਹਾਡੇ ਤੋਂ ਉੱਤੇ ਹੁੰਦੇ ਆ। ਬਾਕੀ ਵਕਤ ਦੱਸੂਗਾ ਇਹ ਮਾਮਲਾ ਕਿਹੜਾ ਮੋੜ ਘਟਦਾ। ਭਾਰਤ ਦੇ ਵਿੱਚ ਤਾਲਾਬੰਦੀ ਦੇ ਮੌਕੇ ਜਿਸ ਤਰੀਕੇ ਦੇ ਨਾਲ ਹੁਣ ਤੱਕ ਲਗਾਤਾਰ ਮਜ਼ਦੂਰਾਂ ਦੇ ਇੱਕ ਤੋਂ ਦੂਜੀ ਥਾਂ ਤੱਕ ਪਹੁੰਚਣ ਦੇ ਮੌਕੇ ਇਹੋ ਜਿਹੇ ਦਰਦਨਾਕ ਕਿਸੇ ਸਾਹਮਣੇ ਆ ਰਹੇ ਆ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਜਾਣ ਕੇ ਗੱਚ ਭਰ ਆਉਂਦਾ, ਕਾਲਜੇ ਦਾ ਰੁੱਗ ਭਰ ਆਉਂਦਾ ਹੈ। ਇਹਦੇ ਵਿੱਚ ਇੱਕ ਹੋਰ ਵਾਧਾ ਹੋ ਗਿਆ, ਇੱਕ ਹੋਰ ਇਹੋ ਜਿਹੀ ਘਟਨਾ ਸਾਹਮਣੇ ਆਈ ਹੈ ਜਿਹਦੇ ਤੋਂ ਬਾਅਦ ਹਰ ਇੱਕ ਵਿਅਕਤੀ ਦੀਆਂ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਆ ਜਿਹੜੇ ਉਹ ਆਪ ਮੁਹਾਰੇ ਵਗ ਤੁਰਨਗੇ, ਕਿਉਂਕਿ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਜਿਹੜੀ ਕਿ ਪਿਛਲੇ 4 ਦਿਨਾਂ ਤੋਂ ਰੇਲ ਗੱਡੀ ਦੇ ਵਿੱਚ ਹੈ। ਉਹ ਭੁੱਖਣ ਪਾਣੀ ਆ, ਉਹਦੀ ਮੌਤ ਤੋਂ ਬਾਅਦ ਉਹਨੂੰ ਪਲੇਟਫਾਰਮ ਦੇ ਉੱਤੇ ਲਾ ਦਿੱਤਾ ਜਾਂਦਾ, ਰੇਲਵੇ ਸਟੇਸ਼ਨ ਤੇ ਲਾ ਦਿੱਤਾ ਜਾਂਦਾ। ਉਹਦੇ ਉੱਤੇ ਇੱਕ ਚਾਦਰ ਦੇ ਦਿੱਤੀ ਜਾਂਦੀ ਹੈ, 2.5 ਸਾਲ ਦਾ ਉਹਦਾ ਬੱਚਾ ਹੈਗਾ। ਬੱਚੇ ਨੂੰ ਪਤਾ ਨਹੀਂ ਕਿ ਮੇਰੀ ਮਾਂ ਮਰ ਚੁੱਕੀ ਹੈ। ਉਹਦੀ ਚਾਦਰ ਖਿੱਚਦਾ, ਮਾਂ ਦੇ ਨਾਲ ਲਾੜ ਲਡਾਉਂਦਾ, ਜਿਵੇਂ ਕਿ ਮਾਂ ਦੇ ਨਾਲ ਅੱਗੇ ਖੇਡਦਾ ਸੀ। ਉਹਨੂੰ ਇਸ ਗੱਲ ਦੀ ਆਸ ਹੈ ਕਿ ਮੇਰੀ ਮਾਂ ਨੇ ਉੱਠ ਖੜਨਾ, ਪਰ ਸਮੇਂ ਨੇ, ਸਰਕਾਰਾਂ ਨੇ, ਹਾਲਾਤ ਨੇ ਸਾਥ ਨਹੀਂ ਦਿੱਤਾ ਤੇ ਉਹ ਬੱਚਾ ਮਾਂ ਤੋਂ ਵਿਰਵਾ ਹੋ ਗਿਆ। ਉਹਨੂੰ ਆਉਂਦੇ ਸਮੇਂ ਦੇ ਵਿੱਚ ਵੀ ਸ਼ਾਇਦ ਪਤਾ ਨਾ ਲੱਗੇ ਜੀ ਕਿ ਮੇਰੇ ਨਾਲ ਕੀ ਵਾਪਰ ਗਿਆ, ਕਿਹੜੀ ਗੱਲੋਂ ਵਾਪਰ ਗਿਆ, ਪਰ ਭਾਰਤ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਇਸ ਬੱਚੇ ਦੀ ਵੀਡੀਓ ਜਿਹੜੀ ਵਾਇਰਲ ਹੋਈ ਆ, ਉਹਨੇ ਸੱਚੀ ਮੁੱਚੀ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਹਕੂਮਤ ਦੇ ਉੱਤੇ ਖੜੇ ਕਰ ਦਿੱਤੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਿਹਾਰ ਦੇ ਮੁਜ਼ੱਫਰਪੁਰ ਰੇਲਵੇ ਪਲੇਟਫਾਰਮ ਦੇ ਉੱਤੇ ਆਪਣੀ ਮਰੀ ਹੋਈ ਮਾਂ ਨੂੰ ਸੁੱਤੀ ਸਮਝ ਕੇ ਜਗਾਉਣ ਦੀ ਕੋਸ਼ਿਸ਼ ਕਰ ਰਹੇ ਬੱਚੇ ਦੀ ਵੀਡੀਓ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦਾ ਦਰਦ ਬਿਆਨ ਕਰਦੀ ਹੈ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਦੇ ਸਾਥੀ ਸੰਜੇ ਯਾਦਵ ਦੇ ਵੱਲੋਂ ਟਵੀਟ ਕੀਤੀ ਇਸ ਵੀਡੀਓ ਦੇ ਵਿੱਚ ਇੱਕ ਨਿੱਕੜਾ ਬਾਲ ਆਪਣੀ ਮਾਂ ਦੀ ਦੇਹ ਦੇ ਕੋਲ ਜਾਂਦਾ ਤੇ ਉਸ ਦੇ ਉੱਪਰ ਦਿੱਤੀ ਗਈ ਚਾਦਰ ਨੂੰ ਉਤਾਰ ਦਿੱਤਾ। ਜਦੋਂ ਉਸ ਦੀ ਮਾਂ ਨਹੀਂ ਉੱਠਦੀ ਤਾਂ ਉਹ ਆਪਣਾ ਸਿਰ ਵੀ ਚਾਦਰ ਦੇ ਵਿੱਚ ਵਾੜ ਦਿੰਦਾ। ਯਾਦਵ ਨੇ ਟਵੀਟ ਕੀਤਾ ਕਿ ਇਹ ਛੋਟਾ ਬੱਚਾ ਨਹੀਂ ਜਾਣਦਾ ਕਿ ਜਿਸ ਚਾਦਰ ਨਾਲ ਉਹ ਖੇਡ ਰਿਹਾ ਉਹ ਉਸ ਦੀ ਮਾਂ ਦਾ ਕਫਨ ਹੈ। ਇਹ ਮਾਂ 4 ਦਿਨਾਂ ਤੱਕ ਰੇਲ ਗੱਡੀ ਦੇ ਵਿੱਚ ਰਹੀ ਤੇ ਭੁੱਖ ਪਿਆਸ ਦੇ ਨਾਲ ਜੂਝਦੀ ਚੱਲ ਵਸੀ। ਇਸ ਲਈ ਕੌਣ ਜ਼ਿੰਮੇਵਾਰ ਹੈ ਕਿ ਵਿਰੋਧੀ ਧਿਰਾਂ ਨੂੰ ਅਜਿਹੇ ਤਿੱਖੇ ਸਵਾਲ ਨਹੀਂ ਪੁੱਛਣੇ ਚਾਹੀਦੇ। ਹਾਲਾਂਕਿ ਪੁਲਿਸ ਦੇ ਕੋਲੇ ਦੱਸਣ ਵਾਸਤੇ ਵੱਖਰੀ ਕਹਾਣੀ ਹੈ। ਮੁਜ਼ੱਫਰਪੁਰ ਦੇ ਵਿੱਚ ਰੇਲਵੇ ਪੁਲਿਸ ਦੇ ਡੀਐਸਪੀ ਰਮਾਕਾਂਤ ਉਪਾਧਿਆਏ ਨੇ ਕਿਹਾ ਕਿ ਇਹ ਘਟਨਾ 25 ਮਈ ਨੂੰ ਉਸ ਵਕਤ ਵਾਪਰੀ ਜਦੋਂ ਪ੍ਰਵਾਸੀ ਔਰਤ ਅਹਿਮਦਾਬਾਦ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਮੁਜ਼ੱਫਰਪੁਰ ਆ ਰਹੀ ਸੀ। ਉਸ ਨੇ ਦੱਸਿਆ ਕਿ ਇਸ ਔਰਤ ਦੀ ਭੈਣ ਤੇ ਜੀਜਾ ਵੀ ਨਾਲ ਸਨ ਤੇ ਇਸ ਦੀ ਮੌਤ ਮਧੂਬਣੀ ਜਾਣ ਵਾਲੀ ਰੇਲ ਗੱਡੀ ਦੇ ਵਿੱਚ ਹੋਈ ਹੈ। ਅਧਿਕਾਰੀ ਨੇ ਮ੍ਰਿਤਕਾ ਦੇ ਜੀਜੇ ਦੇ ਹਵਾਲੇ ਨਾਲ ਕਿਹਾ ਕਿ ਰੇਲ ਗੱਡੀ ਵਿੱਚ ਅਚਾਨਕ ਮੇਰੀ ਰਿਸ਼ਤੇਦਾਰ ਔਰਤ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਸੂਚਨਾ ਮਿਲਣ ਦੇ ਉੱਤੇ ਪੁਲਿਸ ਨੇ ਲਾਸ਼ ਥੱਲੇ ਉਤਾਰੀ ਤੇ ਪੋਸਟਮਾਰਟਮ ਵਾਸਤੇ ਭਿਜਵਾ ਦਿੱਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਇਹ ਕੋਈ ਪਹਿਲੀ ਦਰਦ ਕਹਾਣੀ ਇਸ ਤਾਲਾਬੰਦੀ ਦੇ ਵਿੱਚ ਸਾਹਮਣੇ ਨਹੀਂ ਆਈ। ਇਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਔਰੰਗਾਬਾਦ ਦੇ ਵੱਲ
16 ਦੇ ਕਰੀਬ ਜਿਹੜੇ ਮਜ਼ਦੂਰ ਆ ਇੱਕ ਤੋਂ ਦੂਜੀ ਥਾਂ ਦੇ ਉੱਤੇ ਜਾਣ ਤੇ ਚਾਹਵਾਨ ਉਹ ਰੇਲ ਗੱਡੀ ਦੇ ਨਾਲ ਜੁੜੇ ਹਾਦਸੇ ਦੇ ਵਿੱਚ ਸ਼ਿਕਾਰ ਹੋਏ। ਉਹਨਾਂ ਦੇ ਚੀਥੜੇ ਉੱਡ ਗਏ, ਉਹਨਾਂ ਦੇ ਵਿੱਚੋਂ 4 ਬਚੇ। ਤੇ ਜਦੋਂ ਉਹ ਚਾਰੇ ਜਣੇ ਜ਼ਿੰਦਗੀ ਦੀ ਇਸ ਘਟਨਾ ਨੂੰ ਬਿਆਨ ਕਰਦੇ ਆ, ਇਸ ਕੌੜੇ ਸਮੇਂ ਨੂੰ ਬਿਆਨ ਕਰਦੇ ਆ, ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਹਿ ਤੁਰਦੇ ਆ। ਇਸ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੀਆਂ ਖਬਰਾਂ ਆਈਆਂ। ਜੋਤੀ ਨਾਂ ਦੀ ਇੱਕ ਕੁੜੀ ਆਪਾਂ ਜਾਣਦੇ ਆ, ਜਿਹੜੀ ਪਿਛਲੇ ਦਿਨੀ ਖਬਰਾਂ ਦੇ ਵਿੱਚ ਆਈ। ਉਹਨੇ ਆਪਣੇ ਬਾਪ ਨੂੰ 1200-1300 ਕਿਲੋਮੀਟਰ ਮਗਰਲੀ ਸੀਟ ਦੇ ਉੱਤੇ ਬਿਠਾ ਕੇ ਤੇ ਆਪ ਸਾਈਕਲ ਚਲਾ ਕੇ ਤੇ ਉਹ ਟਿਕਾਣੇ ਦੇ ਉੱਤੇ ਪਹੁੰਚੀ ਆ। ਗੁਰੂਗ੍ਰਾਮ ਤੋਂ ਚੱਲੀ ਤੇ ਦਰਭੰਗੇ ਦੇ ਵਿੱਚ ਪਹੁੰਚੀ ਆ। ਹੁਣ ਉਹਨੂੰ 1 ਲੱਖ ਰੁਪਏ ਦੀ ਮਦਦ ਕੁੜੀ ਨੂੰ ਦੇਣ ਦੀ ਗੱਲ ਕੀਤੀ ਗਈ ਆ। ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਹੋਰ ਆਈਆਂ। ਕਿਸੇ ਨੇ 1500 ਕਿਲੋਮੀਟਰ ਦਾ ਸਫ਼ਰ ਤੁਰ ਕੇ ਤੈਅ ਕੀਤਾ, ਕਿਸੇ ਨੇ 500 ਕਿਲੋਮੀਟਰ ਦਾ। ਇੱਕ ਦਿਨ ਖਬਰ ਆਈ ਸੀ ਕਿ ਬਲਦ ਇੱਕ ਪਾਸੇ ਜੁੜਿਆ ਹੋਇਆ ਗੱਡੇ ਦੇ ਤੇ ਦੂਜੇ ਪਾਸੇ ਔਰਤ ਜੁੜੀ ਹੋਈ ਆ। ਕਦੇ ਔਰਤ ਆਪਣਾ ਮੋਢਾ ਕੱਢਦੀ ਆ, ਫਿਰ ਮਰਦ ਉਹਦੀ ਥਾਂ ਦੇ ਉੱਤੇ ਮੋਢਾ ਲਾਉਂਦਾ ਹੈ ਤਾਂ ਜੋ ਗੱਡੇ ਨੂੰ ਅੱਗੇ ਤੋਂ ਅੱਗੇ ਤੋਰਿਆ ਜਾ ਸਕੇ। ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਜਿਨ੍ਹਾਂ ਨੇ ਇਹ ਗੱਲ ਦੱਸ ਦਿੱਤੀ ਹੈ ਕਿ ਜੇ ਕਿਤੇ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ, ਹੋ ਸਕਦਾ ਇਹ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚੋਂ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਜਿੱਥੇ ਰੋਟੀ ਕਮਾਉਣ ਗਏ ਸੀ, ਉੱਥੋਂ ਇਹਨਾਂ ਨੂੰ ਹਵਾਈ ਜਹਾਜ਼ਾਂ ਦੇ ਰਾਹੀਂ ਚੁੱਕ ਕੇ ਆਪਣੇ ਪਿੰਡ ਦੇ ਵਿੱਚ ਪਹੁੰਚਾਇਆ ਜਾਂਦਾ। ਪਰ ਹੁਣ ਨੇੜੇ ਵੋਟਾਂ ਨਹੀਂ, ਇਸ ਕਰਕੇ ਇਹਨਾਂ ਦੀ ਦਰਦ ਕਹਾਣੀ ਨੂੰ ਕੋਈ ਬਿਆਨ ਨਹੀਂ ਕਰਦਾ, ਕੋਈ ਸਮਝ ਨਹੀਂ ਸਕਦਾ। ਸਿਰਫ ਰਾਜਨੀਤੀ ਹੋ ਰਹੀ ਹੈ। ਅਸੀਂ ਰੇਲ ਗੱਡੀ ਭੇਜੀ, ਉਹ ਕਹਿੰਦਾ ਨਾ ਅਸੀਂ ਪੈਸੇ ਦਿੱਤੇ। ਦੂਜਾ ਕਹਿੰਦਾ ਅਸੀਂ ਰੋਟੀ ਦਾ ਪ੍ਰਬੰਧ ਕੀਤਾ। ਤੀਜਾ ਕਹਿੰਦਾ ਨਾ ਅਸੀਂ ਪੈਸੇ ਦਾ ਪ੍ਰਬੰਧ ਕੀਤਾ। ਚੌਥਾ ਕਹਿੰਦਾ ਅਸੀਂ ਬੱਸਾਂ ਭੇਜ ਗਏ। ਪੰਜਵਾਂ ਕਹਿੰਦਾ ਨਾ ਅਸੀਂ ਪੈਦਾ ਕੀਤੇ ਸਾਰੇ ਪ੍ਰਬੰਧ ਇਹ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਲੋਕ ਉਹ ਦਰੜ ਰਹੇ ਆ ਜਿਹੜੇ ਕਿ ਵੋਟਾਂ ਵੀ ਪਾਉਂਦੇ ਆ, ਜਿਹੜੇ ਜੋ ਕਮਾਉਂਦੇ ਆ ਸੋ ਖਾਂਦੇ ਆ, ਜਿਨ੍ਹਾਂ ਨੂੰ ਸਰਕਾਰ ਤੋਂ ਬਹੁਤੀ ਆਸ ਨਹੀਂ। ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੇ ਇਹ ਵੀ ਗੱਲ ਕਹੀ ਆ ਕਿ ਸਾਨੂੰ ਸਿਰਫ ਤੇ ਸਿਰਫ ਟੱਬਰ ਤੱਕ ਪਹੁੰਚਣ ਦਾ ਮੌਕਾ ਦੇ ਦਿੱਤਾ ਜਾਵੇ। ਸਾਨੂੰ ਸਰਕਾਰ ਤੋਂ ਕੁਝ ਨਹੀਂ ਚਾਹੀਦਾ। ਸਾਨੂੰ ਇਹ ਕਿੰਨੇ ਕੁ ਦਿਨ ਰੋਟੀ ਦੇ ਦੇਣਗੇ, ਸਾਨੂੰ ਮੰਗਤੇ ਬਣਾ ਕੇ ਰੱਖ ਦਿੱਤਾ ਗਿਆ। ਅਸੀਂ ਵਿਰ-ਵਿਰ ਕਰ ਰਹੇ ਹਾਂ, ਟੱਬਰਾਂ ਤੋਂ ਦੂਰ ਹਾਂ, ਸਿਹਤ ਸਹੂਲਤਾਂ ਦੀ ਘਾਟ ਆ, ਰੋਟੀ ਮਿਲ ਨਹੀਂ ਰਹੀ, ਪਾਣੀ ਮਿਲ ਨਹੀਂ ਰਿਹਾ, ਛੱਤ ਸਾਡੇ ਕੋਲ ਨਹੀਂ, ਅਸੀਂ ਕਰੀਏ ਤਾਂ ਕੀ ਕਰੀਏ। ਸੋ ਇਹ ਜਿਹੜੀ ਹੁਣ ਮੁਜ਼ੱਫਰਪੁਰ ਤੋਂ ਘਟਨਾ ਸਾਹਮਣੇ ਆਈ ਹੈ, ਜਿਹਦੇ ਵਿੱਚ ਇੱਕ ਬਾਲ ਆ ਜਿਹੜਾ 2.5 ਸਾਲ ਦਾ ਆਪਦੀ ਮਾਂ ਦੇ ਕਫਨ ਨੂੰ ਖਿੱਚ ਰਿਹਾ, ਇਸ ਤੋਂ ਵੱਡੀ ਦਰਦਨਾਕ ਕਿਹੜੀ ਖਬਰ ਹੋ ਸਕਦੀ ਹੈ, ਕਿਹੜੀ ਕਹਾਣੀ ਹੋ ਸਕਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੀਡਰਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਨਹੀਂ ਆਉਂਦੇ। ਉੱਦਾਂ ਅਸੀਂ ਬਹੁਤ ਸੰਸਕਾਰੀ ਲੋਕ ਹਾਂ, ਉੱਦਾਂ ਅਸੀਂ ਬਹੁਤ ਭਾਵਕ ਲੋਕ ਹਾਂ, ਅਸੀਂ ਬਹੁਤ ਗੈਰਤਮੰਦ ਲੋਕ ਹਾਂ, ਅਸੀਂ ਲੋਕ ਸੇਵਾ ਕਰਨ ਵਾਲੇ ਹਾਂ, ਅਸੀਂ ਦੂਜੇ ਦੇ ਦਰਦ ਨੂੰ ਆਪਣਾ ਦਰਦ ਮੰਨਣ ਵਾਲੀਆਂ ਗੱਲਾਂ ਵੀ ਕਰਦੇ ਹਾਂ। ਪਰ ਤੁਹਾਡੇ ਸਾਹਮਣੇ ਲਾਸ਼ਾਂ ਪਈਆਂ, ਨਿਆਣੇ ਉਹਨਾਂ ਲਾਸ਼ਾਂ ਦੇ ਨਾਲ ਖੇਡ ਰਹੇ ਆ। ਉਹਨਾਂ ਨੂੰ ਪਤਾ ਨਹੀਂ ਕਿ ਸਾਡੀ ਮਾਂ ਦੀ ਮੌਤ ਹੋ ਗਈ ਹੈ ਜਾਂ ਸਾਡੇ ਟੱਬਰ ਦਾ ਕਿਹੜਾ ਜੀ ਤੁਰ ਗਿਆ। ਤੇ ਹਾਲੇ ਅਸੀਂ ਇਹ ਗੱਲ ਕਹਿੰਦੇ ਹਾਂ ਜੀ ਕਿ ਭਾਰਤ ਬਹੁਤ ਸਮਰੱਥ ਹੈ, ਭਾਰਤ ਦੇ ਵਿੱਚ ਸਾਰੇ ਮਸਲੇ ਹੱਲ ਕਰ ਦਿੱਤੇ ਗਏ ਆ, ਕੋਈ ਸਮੱਸਿਆ ਇਸ ਵਕਤ ਬਾਕੀ ਨਹੀਂ। ਸੋ ਜੇਕਰ ਕਹਿਣੀ ਤੇ ਕਰਨੀ ਦੇ ਨੇਤਾ ਪੂਰੇ ਹੋਣ ਤਾਂ ਭਾਰਤ ਦੀਆਂ ਸਮੱਸਿਆਵਾਂ ਹੁਣ ਤੱਕ ਖਤਮ ਹੋ ਗਈਆਂ ਹੁੰਦੀਆਂ, ਪਰ ਹਾਲੇ ਤੱਕ ਹੋਈਆਂ ਨਹੀਂ। ਤੇ ਇਹਦੇ ਪਿੱਛੇ ਵਜ੍ਹਾ ਵੋਟ ਪਾਉਣ ਵਾਲੇ ਲੋਕ ਵੀ ਹੈ ਤੇ ਜਿੱਤਣ ਤੋਂ ਬਾਅਦ ਆਪਣੀਆਂ ਨੀਤੀਆਂ ਤੇ ਨੀਤਾਂ ਬਦਲਣ ਵਾਲੇ ਲੋਕ ਵੀ ਹੈ। ਜਦੋਂ ਵੋਟਾਂ ਹੁੰਦੀਆਂ ਉਦੋਂ ਸਭ ਕੁਝ ਅਸੀਂ ਆ, ਮਾਈ ਬਾਪ ਅਸੀਂ ਆ। ਜਦੋਂ ਵੋਟਾਂ ਲੱਗ ਗਈਆਂ ਫਿਰ ਤੂੰ ਕੌਣ ਤੇ ਮੈਂ ਕੌਣ। ਸੋ ਇਹਨਾਂ ਲੋਕਾਂ ਦੇ ਨਾਲ ਸਾਡੀ ਹਮਦਰਦੀ ਹੈ, ਇਹਨਾਂ ਲੋਕਾਂ ਨੂੰ ਸਾਡੀ ਸ਼ਰਧਾਂਜਲੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।